ਬੇੜਾ ਬਿਠਾਤਾ ਲੱਗ ਗਿਆ ਪਰ ਜਿਹੜੀ ਦਵਾਈ ਲੈ ਕੇ ਜਾਂਦੇ ਅਸੀਂ ਮੰਨਦੇ ਜੇ ਕੱਲ ਲੱਗ ਗਿਆ ਪਿੱਛੇ ਤਾਂ ਨਹੀਂ ਲੱਗੇ ਉਹ ਤਾਂ ਨਹੀਂ ਮੈਂ ਲਾਤੇ 2 ਮਹੀਨਿਆਂ ਦੀ ਮੈਂ ਪ੍ਰੈਗਨੈਂਟ ਸੀਗੀ ਤੇ ਉਹਨਾਂ ਨੇ ਐਕਸਪਾਇਰੀ ਟੀਕਾ ਲਾ ਕੇ ਮੇਰਾ ਬੱਚਾ ਖਰਾਬ ਕਰਤਾ ਤੇ ਮੇਰੇ ਕੇਸ ਖਰਾਬ ਕਰਤਾ 5 ਮਹੀਨੇ ਇੱਕ ਅੱਧਾ ਮਹੀਨਾ ਹੋਵੇ ਠੀਕ ਆ 5 ਮਹੀਨੇ ਹਨਾ ਜਦੋਂ ਡੇਟ ਲੰਘ ਜੇ ਉਹ ਤਾਂ ਛੋਟੀ ਤਾਂ ਗਲਤੀ ਮੰਨੀ ਗਈ ਆ ਚੱਲ ਵੀਰੇ ਜਿਹੜੀ ਕੱਲ ਵਾਲੀ ਗਲਤੀ ਅਸੀਂ ਮੰਨਦੇ ਆ ਵੀ ਚੱਲ ਗਲਤ ਲੱਗ ਗਿਆ ਆਊਟਕਮ ਦਿੱਤੀ ਸੀ ਉਹਨੇ ਕਿਹਾ ਕਿ ਗਲਤ ਡੱਬਾ ਫੜਾ ਦਿੱਤਾ ਗਿਆ ਇੰਜੈਕਸ਼ਨ ਬਿਲਕੁਲ ਸਹੀ ਲਗਾਇਆ। ਅਸੀਂ ਅਕਸਰ ਹੀ ਦੇਖਦੇ ਹਾਂ ਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ ਕਈ ਲੋਕਾਂ ਦੀ ਜਾਨ ਤਾਂ ਖਤਰੇ ਵਿੱਚ ਪੈ ਜਾਂਦੀ ਹੈ ਅਤੇ ਕਈ ਲੋਕਾਂ ਦੀ ਇਹਨਾਂ ਡਾਕਟਰਾਂ ਦੀ ਲਾਪਰਵਾਹੀ ਕਾਰਨ ਜਾਨ ਵੀ ਜਾ ਚੁੱਕੀ ਹੈ। ਹੁਣ ਇਸ ਦੇ ਚੱਲਦੇ ਹੀ ਇੱਕ ਹੋਰ ਮਾਮਲਾ ਬਰਨਾਲਾ ਦੇ ਸੂਦ ਨਰਸਿੰਗ ਹੋਮ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਮਨਪ੍ਰੀਤ ਨਾਮ ਦੀ ਔਰਤ ਜੋ ਕਿ ਧੂਰੀ ਦੇ ਨੇੜਲੇ ਪਿੰਡ ਜਖਲਾਂ ਦੀ ਰਹਿਣ ਵਾਲੀ ਹੈ, ਜਿਸ ਦਾ ਕਿ ਸੂਦ ਨਰਸਿੰਗ ਹੋਮ ਤੋਂ ਪਿਛਲੇ ਕੁਝ ਸਮੇਂ ਤੋਂ ਇਲਾਜ ਚੱਲ ਰਿਹਾ ਸੀ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਧੂਰੀ ਦੇ ਜਖਲਾਂ ਦੀ ਰਹਿਣ ਵਾਲੀ ਮਨਪ੍ਰੀਤ ਕੌਰ 2 ਮਹੀਨਿਆਂ ਦੀ ਗਰਭਵਤੀ ਸੀ ਅਤੇ ਸੂਦ ਨਰਸਿੰਗ ਹੋਮ ਦੀ ਡਾਕਟਰ ਅਨੁਰਾਧਾ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ। ਪਰ ਬੀਤੇ ਦਿਨੀ ਜਦੋਂ ਮਨਪ੍ਰੀਤ ਕੌਰ ਸੂਦ ਨਰਸਿੰਗ ਹੋਮ ਦੀ ਡਾਕਟਰ ਅਨੁਰਾਧਾ ਕੋਲ ਦਵਾਈ ਲੈਣ ਗਈ ਤਾਂ ਡਾਕਟਰ ਅਨੁਰਾਧਾ ਵੱਲੋਂ ਮਨਪ੍ਰੀਤ ਕੌਰ ਦੇ ਐਕਸਪਾਇਰੀ ਟੀਕਾ ਲਗਾ ਦਿੱਤਾ ਗਿਆ, ਜਿਸ ਤੋਂ ਬਾਅਦ ਕਿ ਪੀੜਤ ਔਰਤ ਮਨਪ੍ਰੀਤ ਕੌਰ ਦੀ ਹਾਲਤ ਖਰਾਬ ਹੋ ਗਈ ਅਤੇ ਡਾਕਟਰ ਅਨੁਰਾਧਾ ਵੱਲੋਂ ਲਗਾਏ ਐਕਸਪਾਇਰੀ ਟੀਕੇ ਦੇ ਨਾਲ ਉਸ ਦੀ ਕੁੱਖ ਵਿੱਚ ਪਲ ਰਿਹਾ 2 ਮਹੀਨਿਆਂ ਦਾ ਬੱਚਾ ਵੀ ਖਰਾਬ ਹੋ ਗਿਆ। ਮੈਂ ਮਨਪ੍ਰੀਤ ਕੌਰ ਪਿੰਡ ਜਖਲਾਂ ਧੂਰੀ ਕੋਲ ਦੀ ਰਹਿਣ ਵਾਲੀ ਹਾਂ। ਮੇਰਾ ਇਲਾਜ ਬਰਨਾਲੇ ਚੱਲ ਰਿਹਾ ਸੀ ਸੂਦ ਨਰਸਿੰਗ ਹੋਮ 'ਚ। ਡਾਕਟਰ ਅਨੁਰਾਧਾ ਕੋਲ ਮੇਰਾ ਇਲਾਜ ਚੱਲ ਰਿਹਾ ਸੀਗਾ ਪਿਛਲੇ 6 ਮਹੀਨਿਆਂ ਤੋਂ। 2 ਮਹੀਨਿਆਂ ਦੀ ਮੈਂ ਪ੍ਰੈਗਨੈਂਟ ਸੀਗੀ ਤੇ ਉਹਨਾਂ ਨੇ ਐਕਸਪਾਇਰੀ ਟੀਕਾ ਲਾ ਕੇ ਮੇਰਾ ਬੱਚਾ ਖਰਾਬ ਕਰਤਾ ਤੇ ਮੇਰੇ ਕੇਸ ਖਰਾਬ ਕਰਤਾ ਤੇ ਮੇਰੇ ਬਲੀਡਿੰਗ ਇੰਨੀ ਹੋਈ, ਮੇਰੇ ਦਰਦ ਠਾਲ ਤੇ ਮੇਰਾ ਬੁਰਾ ਹਾਲ ਕਰ ਰੱਖਿਆ ਉਹਨਾਂ ਨੇ। ਤੇ ਜਦੋਂ ਉਹਨਾਂ ਨੂੰ ਫੋਨ ਲਾਇਆ ਉਹਨਾਂ ਨੇ ਫੋਨ ਵੀ ਨਹੀਂ ਚੱਕਿਆ ਹੈਗਾ। ਤੇ ਹੁਣ ਮੈਂ ਇਹ ਚਾਹੁੰਦੀ ਹਾਂ ਵੀ ਮੇਰਾ ਕੇਸ ਖਰਾਬ ਕਰਿਆ, ਮੇਰਾ ਇੰਨਾ ਦੁੱਖ ਹੋਇਆ ਵੀ ਅਸੀਂ ਇੰਨਾ ਪੈਸਾ ਲਾਇਆ ਤੇ ਸਾਡਾ ਮੇਰੀ ਪ੍ਰਸ਼ਾਸਨ ਵੱਲੋਂ ਇਹੀ ਬੇਨਤੀ ਹੈ ਹੱਥ ਜੋੜ ਕੇ ਵੀ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਨਾਲ ਇਹ ਗਲਤ ਕੰਮ ਨਾ ਕਰ ਸਕਣ। ਮੇਰਾ ਨਾਮ ਸਤਨਾਮ ਸਿੰਘ ਜੀ, ਮੇਰੇ ਘਰ ਵਾਲੀ ਦਾ ਨਾਮ ਮਨਪ੍ਰੀਤ ਕੌਰ ਆ ਤੇ ਇਹਨਾਂ ਤੋਂ ਸੂਦ ਡਾਕਟਰ ਤੋਂ 6 ਮਹੀਨਿਆਂ ਦਾ ਇਲਾਜ ਚੱਲਦਾ ਸੀ ਤੇ 2 ਮਹੀਨਿਆਂ ਦੀ ਪ੍ਰੈਗਨੈਂਟ ਸੀ। ਇਹਨਾਂ ਨੇ ਗਲਤ ਟੀਕੇ ਲਾ ਕੇ ਸਪੇਅਰ ਟੀਕੇ ਲਾ ਕੇ ਉਹ ਪ੍ਰੈਗਨੈਂਸੀ ਖਰਾਬ ਕਰਤੀ, ਉਹਦੇ ਸਾਰੇ ਕੇਸ ਖਰਾਬ ਹੋ ਗਏ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਇਹਦਾ ਲਾਇਸੈਂਸ ਕੈਂਸਲ ਕੀਤਾ ਜਾਵੇ, ਇਹਨੂੰ ਕਾਰਵਾਈ ਕਰੀ। ਉੱਥੇ ਹੀ ਜਦੋਂ ਪੀੜਤ ਔਰਤ ਦੇ ਪਤੀ ਨੂੰ ਆਪਣੀ ਪਤਨੀ ਦੀ ਹਾਲਤ ਖਰਾਬ ਹੋਣ ਦਾ ਪਤਾ ਲੱਗਾ ਤਾਂ ਉਸਨੇ ਤੁਰੰਤ ਹੀ ਸੂਦ ਨਰਸਿੰਗ ਹੋਮ ਵਿੱਚ ਫੋਨ ਲਗਾਇਆ, ਜਿਸ ਤੋਂ ਬਾਅਦ ਕਿ ਪੀੜਤ ਔਰਤ ਦੇ ਪਤੀ ਦਾ ਫੋਨ ਸੂਦ ਨਰਸਿੰਗ ਹੋਮ ਦੀ ਸਟਾਫ ਮੈਂਬਰ ਵੱਲੋਂ ਚੱਕਿਆ ਗਿਆ। ਸੂਦ ਨਰਸਿੰਗ ਹੋਮ ਦੀ ਸਟਾਫ ਮੈਂਬਰ ਅਤੇ ਪੀੜਤ ਔਰਤ ਦੇ ਪਤੀ ਵਿਚਕਾਰ ਫੋਨ ਤੇ ਕੀ ਗੱਲਬਾਤ ਹੋਈ, ਆਓ ਸੁਣਦੇ ਹਾਂ। ਮਰੀਜ਼ ਨੂੰ ਹੋਇਆ ਕੀ ਆ ਹੁਣ ਜੀ? ਦਰਦ ਹੁੰਦਾ, ਸੁੱਜ ਗਈ ਸਾਰੀ। ਤੁਸੀਂ ਮਰੀਜ਼ ਨੂੰ ਵਿੱਚ ਲੈ ਕੇ ਆਓ ਨਾ। ਮਰੀਜ਼ ਨੂੰ ਅਸੀਂ ਪਹਿਲਾਂ ਵਾਲੇ ਟੀਕੇ ਸਪੇਅਰ ਲਾ ਕੇ ਹੁਣ ਮਰੀਜ਼ ਜਮੀ ਮਾਰਨਾ। ਤੁਸੀਂ ਲੈ ਕੇ ਤਾਂ ਤੁਸੀਂ ਕਹਿੰਦੇ ਸੁੱਜ ਗਏ, ਫੇਰ ਹੀ ਪਤਾ ਲੱਗੂਗਾ ਮਰੀਜ਼ ਸੁੱਜਿਆ ਕਿ ਨਹੀਂ, ਕਿ ਤੁਸੀਂ ਝੂਠ ਬੋਲੀ ਜਾਂਦੇ ਹੋ। ਅਸੀਂ ਝੂਠ ਬੋਲਦੇ ਹਾਂ। ਅੱਛਾ ਵੀ ਤੁਸੀਂ ਹੁਣ ਮੈਨੂੰ ਇੱਕ ਦੇਖ ਭੈਣੇ, ਮੈਡਮ ਦਾ ਨੰਬਰ ਹੋਵੇ ਨਾ, ਇਹ ਹੋ ਸਕਦਾ? ਵੀਰੇ ਮੇਰੀ ਗੱਲ ਸੁਣ, ਇੰਜੈਕਸ਼ਨ ਨਾਲ ਉਹਦਾ ਕੋਈ ਸਾਈਡ ਇਫੈਕਟ ਹੈ ਨਹੀਂ ਗਾ, ਠੀਕ ਹੈ ਨਾ, ਉਹਦੇ ਨਾਲ ਕੋਈ ਮਤਲਬ ਨਹੀਂ ਇੰਜੈਕਸ਼ਨ ਨਾਲ। ਫਿਰ ਉਹ ਕੀ ਹੋ ਗਿਆ? ਦਵਾਈ ਚੱਲਦੀਆਂ ਨਾਲ, ਇੰਜੈਕਸ਼ਨ ਨਾਲ ਨਹੀਂ ਹੈਗਾ ਭੈਣੇ। ਫਿਰ ਦੇਖ, ਜੇ ਮੰਨ ਲਾ ਗਲਤ ਲੱਗ ਗਿਆ ਤਾਂ ਨੰਬਰ ਤਾਂ ਦੇ ਸਕਦੇ ਹੋ, ਨੰਬਰ ਦਾ ਤਾਂ ਨਹੀਂ ਕੋਈ ਡਰ? ਵੀਰੇ ਸਾਡੇ ਕੋਲੇ ਮੈਡਮ ਦਾ ਪਰਸਨਲ ਨੰਬਰ ਨਹੀਂ ਹੁੰਦਾ। ਸਰਦਾ ਹੋਊ ਨਾ ਸਰਦਾ ਸਾਡੇ ਕੋਲੇ ਜੀ। ਮੈਡਮ ਨੂੰ ਕਿਹੜੇ ਲੋਕ ਫੋਨ ਕਰਦੇ ਨੇ ਕਸਟਮਰ, ਉਹ ਕਿੱਥੋਂ ਕਰਦੇ ਨੇ? ਉਹ ਕਾਊਂਟਰ ਤੇ ਹੀ ਫੋਨ ਆਉਂਦਾ ਗਾ। ਕਾਊਂਟਰ ਤੇ ਮੈਡਮ ਉਰੇ ਤਾਂ ਜਗਦੀ ਨਹੀਂ, ਅੰਦਰ ਬੈਠੀ ਗੱਲ ਕਰ ਰਹੀ ਹੁੰਦੀ ਹੈ ਕਈ ਵਾਰੀ। ਉਹ ਤਾਂ ਮੈਡਮ ਨੂੰ ਡਾਕਟਰਾਂ ਦਾ ਹੀ ਫੋਨ ਆਉਂਦਾ ਗਾ ਜੀ। ਉਹਦਾ ਨੰਬਰ ਕੋਈ ਨਹੀਂ ਹੈਗਾ ਸਾਡੇ ਕੋਲੇ ਤਾਂ ਨਹੀਂ ਹੈਗਾ ਜੀ ਮੈਡਮ ਦਾ ਨੰਬਰ। ਹੁਣ ਇਹਦਾ ਹੱਲ ਕੀ ਹੋਣਾ ਚਾਹੀਦਾ ਜੀ, ਦੱਸੋ ਦਿਓ। ਵੀਰੇ ਤੁਸੀਂ ਇੰਜੈਕਸ਼ਨ ਦੀ ਪੇਮੈਂਟ ਵੀ ਲੈ ਗਏ, ਹੁਣ ਤਾਂ ਕੀ ਹੈਗਾ ਹੁਣ? ਨਹੀਂ, ਇੱਕ ਇੰਜੈਕਸ਼ਨ ਦੀ ਅਸੀਂ ਪੇਮੈਂਟ ਲੈ ਗਏ, ਗੱਲ ਸੁਣੋ। ਹਾਂਜੀ। ਜਿਹੜਾ ਮੈਂ ਇੰਨਾ ਟਾਈਮ ਦੀ ਦਵਾਈ ਚਲਾਈ ਆ, ਤੁਸੀਂ ਇੰਜੈਕਸ਼ਨ ਗਲਤ ਲਾ ਕੇ ਮੇਰੀ ਗੱਲ ਸੁਣ ਲਈ, ਜਿਹੜਾ ਤੁਸੀਂ ਉਹਦਾ ਜਮੀ ਬੇੜਾ ਬਿਠਾਤਾ।
ਪਰ ਹਾਂ। ਜਿਹੜੀ ਦਵਾਈ ਲੈ ਕੇ ਜਾਂਦੇ ਆ ਖਾਣ ਬੇੜਾ ਬਿਠਾਤਾ। ਗਲਤ ਲਾ ਕੇ ਆ ਪਰ ਹਾਂ। ਜਿਹੜੀ ਦਵਾਈ ਲੈ ਕੇ ਜਾਂਦੇ ਆ ਖਾਣ ਵਾਲੀ ਉਹ ਤਾਂ ਨਹੀਂ ਤੁਹਾਨੂੰ ਗਲਤ ਦਿੱਤੀ, ਉਹ ਤਾਂ ਸਹੀ ਹੈਗੀ। ਨਹੀਂ ਉਹ ਉਹਦੇ ਤਾਂ ਤੁਹਾਡੇ ਕੋਲੇ ਪੱਤੇ ਹੋਣਗੇ, ਉਹ ਕਿਹੜਾ ਐਕਸਪਾਇਰੀ ਡੇਟ ਵਾਲੇ ਹੈਗੇ। ਗੱਲ ਸੁਣੋ, ਜਦੋਂ ਇੱਕ ਚੀਜ਼ ਗਲਤ ਲੱਗ ਜੇ ਤੇ ਉਹ ਸਾਰੀ ਦਵਾਈ ਦਾ ਤਾਂ ਭੱਠਾ ਪੈ ਗਿਆ। ਸਹੀ ਗੱਲ ਬੋਲ। ਜਦੋਂ ਮੰਨ ਇੱਕ ਚੀਜ਼ ਐਂਡ ਤੇ ਲਿਆ ਕੇ ਆਪਾਂ ਕੋਲ ਜ਼ਹਿਰ ਹੀ ਲਾਤੀ ਐਂਡ ਤੇ ਆ ਕੇ, ਤੇ ਪਹਿਲਾਂ ਉਹਦਾ ਸਾਰੀ ਦਵਾਈ ਦਾ ਤਾਂ ਖਤਮ ਹੀ ਹੋ ਗਿਆ ਕੰਮ। ਵੀਰੇ ਇੰਜੈਕਸ਼ਨ ਨਾਲ ਕੁਛ ਨਹੀਂ ਹੁੰਦਾ, ਠੀਕ ਹੈ ਨਾ। ਉਹ ਜਿਹੜਾ ਲੱਗਿਆ ਉਹਦਾ ਕੋਈ ਸਾਈਡ ਇਫੈਕਟ ਨਹੀਂਗਾ। ਤੁਹਾਨੂੰ ਆਖਿਆ ਸੀ ਇੰਜੈਕਸ਼ਨ ਉਹਦੇ ਹੋਰ ਲਾ ਦਿੰਦੇ ਆਂਗੇ, ਕੁਛ ਨਹੀਂ ਹੁੰਦਾ। ਉਹ ਡੋਜ਼ ਘੱਟ ਵਾਲੀ ਸੀਗੀ, ਉਹ ਥੋੜੀ ਵੱਧ ਵਾਲੀ ਲੱਗ ਜੂਗੀ। ਨਹੀਂ ਹੁਣ ਇੱਕ 1600 ਵਾਲੇ ਟੀਕੇ ਘੱਟੋ ਘੱਟ ਕਿੰਨੇ ਲਾਤੇ? ਉਹਦਾ ਕੱਲ ਹੀ ਇੱਕ ਡੱਬੀ ਲੈ ਲਈ। ਵੀਰੇ ਉਹ ਕਿਹੜਾ ਸਾਰੇ ਐਕਸਪਾਇਰੀ ਡੇਟ ਵਾਲੇ ਲੱਗ ਗਏ? ਜੇ ਤੁਸੀਂ ਮੰਨਦੇ ਹੋ ਜੇ ਕੱਲ ਲੱਗ ਗਿਆ ਹੋਏ ਪਿੱਛੇ ਤਾਂ ਨਹੀਂ ਲੱਗ ਗਏ, ਉਹ ਤਾਂ ਨਹੀਂ ਮੈਂ ਲਾਤੇ। ਤੁਸੀਂ ਮੰਨਦੇ ਹੋ ਜੇ ਕੱਲ ਲੱਗ ਗਿਆ ਹੋਏ ਪਿੱਛੇ ਤਾਂ ਨਹੀਂ ਲੱਗ ਗਏ, ਉਹ ਤਾਂ ਨਹੀਂ ਮੈਂ ਲਾਤੇ। 5 ਮਹੀਨਾ ਇੱਕ ਅੱਧਾ ਮਹੀਨਾ ਹੋਵੇ ਠੀਕ ਆ, 5 ਮਹੀਨੇ ਹਨਾ ਜਦੋਂ ਡੇਟ ਲੰਘ ਜੇ ਉਹ ਤਾਂ ਛੋਟੀ ਤਾਂ ਗਲਤੀ ਮੰਨੀ ਗਈ ਆ। ਚੱਲ ਵੀਰੇ ਜਿਹੜੀ ਕੱਲ ਵਾਲੀ ਗਲਤੀ ਅਸੀਂ ਮੰਨਦੇ ਆ ਵੀ ਚੱਲ ਗਲਤ ਲੱਗ ਗਿਆ। ਹਾਂ ਜੇ ਜਿਹੜੇ ਇਦੋਂ ਪਹਿਲਾਂ ਲੱਗੇ ਹੈਗੇ, ਉਦੋਂ ਪਹਿਲਾਂ ਮੈਨੂੰ ਕਿਸੇ ਦਾ ਕਵਰ ਨਹੀਂ ਦਿੱਤਾ ਅੱਜ ਤੱਕ। ਤੁਸੀਂ ਪਹਿਲੀ ਗੱਲ ਤਾਂ ਇਹ ਜੇ ਦੇਖੋ, ਤੁਸੀਂ ਮੰਗਿਆ ਹੋਊਗਾ ਫੇਰ ਹੀ ਹੈ ਜੀ। ਕੱਲ ਮੰਗਿਆ ਗਿਆ, ਕੱਲ ਤੁਸੀਂ ਦੇਖ ਲਾ, ਫਿਰ ਆਹ ਗਲਤ ਕੰਮ ਤੁਹਾਨੂੰ ਪਤਾ ਹੀ ਲੱਗ ਗਿਆ। ਰਿਜ਼ਲਟ ਕਾਹਦੇ ਨਾਲ ਆਊਗਾ? ਮੈਡਮ ਕਰੀ ਜਾਂਦੀ ਆ ਰਿਜ਼ਲਟ ਨਹੀਂ ਆਇਆ, ਰਿਜ਼ਲਟ ਕਾਹਦਾ ਆਊਗਾ ਭਾਈ? ਵੀਰੇ ਹੁਣ ਤੁਹਾਨੂੰ ਕੱਲ ਪੇਮੈਂਟ ਵੀ ਮੋੜਤੀ, ਹੁਣ ਕੀ ਹੈਗਾ? ਸੋ ਦੋਸਤੋ, ਸੁਣਿਆ ਤੁਸੀਂ, ਜਦੋਂ ਹੀ ਪੀੜਤ ਔਰਤ ਦੇ ਪਤੀ ਨੇ ਸੂਦ ਨਰਸਿੰਗ ਹੋਮ ਵਿੱਚ ਫੋਨ ਲਗਾਇਆ ਤਾਂ ਸਟਾਫ ਮੈਂਬਰ ਨਾਲ ਗੱਲਬਾਤ ਕਰਦੇ ਹੋਏ ਜਦੋਂ ਦੱਸਿਆ ਕਿ ਤੁਹਾਡੇ ਲਗਾਏ ਟੀਕੇ ਨਾਲ ਮੇਰੀ ਪਤਨੀ ਦੀ ਹਾਲਤ ਖਰਾਬ ਹੋ ਗਈ ਹੈ, ਤੁਰੰਤ ਹੀ ਦੂਸਰੇ ਪਾਸੋਂ ਸਟਾਫ ਮੈਂਬਰ ਨੇ ਆਪਣੀ ਗਲਤੀ ਨੂੰ ਮੰਨਦੇ ਹੋਏ ਪੀੜਤ ਔਰਤ ਦੇ ਪਤੀ ਨੂੰ ਸੂਦ ਨਰਸਿੰਗ ਹੋਮ ਬੁਲਾ ਲਿਆ ਅਤੇ ਉਸਦੀ ਪਤਨੀ ਦੇ ਲਗਾਏ ਐਕਸਪਾਇਰੀ ਟੀਕੇ ਦੇ ਉਸ ਨੂੰ ਪੈਸੇ ਵੀ ਵਾਪਸ ਕਰ ਦਿੱਤੇ। ਪਰ ਜੋ ਵੀ ਹੈ, ਇੱਕ ਪਾਸੇ ਤਾਂ ਇਹਨਾਂ ਡਾਕਟਰਾਂ ਦੀ ਲਾਪਰਵਾਹੀ ਕਾਰਨ ਪੀੜਤ ਔਰਤ ਦਾ ਬੱਚਾ ਖਰਾਬ ਹੋ ਗਿਆ, ਦੂਸਰੇ ਪਾਸੇ ਉਸਦੀ ਹਾਲਤ ਵੀ ਖਰਾਬ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਹੀ ਇਸ ਪੂਰੇ ਮਾਮਲੇ ਤੇ ਸੂਦ ਨਰਸਿੰਗ ਹੋਮ ਦੇ ਡਾਕਟਰ ਸੂਦ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ, ਆਓ ਇਹ ਵੀ ਸੁਣਦੇ ਹਾਂ। ਦੇਖੋ, ਮਨਪ੍ਰੀਤ ਪੇਸ਼ੈਂਟ ਮੇਰੇ ਡਾਕਟਰ ਸਾਹਿਬ ਕੋਲੇ ਇਨਫਰਟੀਲਿਟੀ ਦਾ ਇਲਾਜ ਲੈ ਰਿਹਾ ਸੀ। ਇਨਫਰਟੀਲਿਟੀ ਮਤਲਬ ਬਾਂਝਪਨ ਦਾ, ਜਿਹਦੇ ਬੱਚਾ ਨਹੀਂ ਹੁੰਦਾ। ਪਿਛਲੇ 6 ਮਹੀਨੇ ਤੋਂ ਇਲਾਜ ਚੱਲ ਰਿਹਾ ਉਸਦਾ। ਤੇ ਕੱਲ ਪੇਸ਼ੈਂਟ ਪਰਸੋਂ ਸ਼ਨੀਵਾਰ ਨੂੰ ਪੇਸ਼ੈਂਟ ਦੀ ਘਰਵਾਲੀ ਆਂਦੀ ਹੈ ਤੇ ਕਹਿੰਦੀ ਹੈ ਕਿ ਡਾਕਟਰ ਸਾਹਿਬ ਮੇਰੇ ਘਰ ਵਾਲਾ ਮਨਾ ਕਰ ਰਿਹਾ ਹੈ ਦਵਾਈਆਂ ਤੋਂ ਕਿ ਮੈਂ ਇਲਾਜ ਨਹੀਂ ਕਰਾਣਾ, ਤੇਰੇ ਤਾਂ ਕੁਝ ਬੱਚਾ ਨਹੀਂ ਠਹਿਰਦਾ। ਡਾਕਟਰ ਸਾਹਿਬ ਨੇ ਸਮਝਾਇਆ ਕਿ ਦੇਖ 100% ਗਾਰੰਟੀ ਨਹੀਂ ਹੁੰਦੀ ਕਿਸੇ ਨੂੰ ਬੱਚਾ ਹੋਣ ਦੀ, ਇੰਨਾ ਸੌਖਾ ਹੁੰਦਾ ਬੱਚਾ ਦੇਣਾ, ਤਾਂ ਹਰ ਕਿਸੇ ਨੂੰ ਬੱਚਾ ਹੋ ਜਾਂਦਾ ਹੈ। ਤੇਰੀ ਜਿਹੜੀ ਕਮੀਆਂ ਨੇ ਪੂਰੀਆਂ ਕਰਕੇ ਤੈਨੂੰ ਦਵਾਈ ਦੇ ਕੇ ਅੰਡੇ ਬਣਾਏ ਜਾਣਗੇ ਤੇ ਤੇਰਾ ਇਲਾਜ ਹੋਏਗਾ। ਚਲੋ, ਇਸ ਗੱਲ ਪਿੱਛੇ ਉਹਦਾ ਤੇ ਉਹਦੇ ਸਟਾਫ ਦੇ ਵਿੱਚ ਸਾਡੇ ਨਾਲ ਕੋਈ ਘਰ ਵਾਲੇ ਦੀ ਕੋਈ ਬਹਿਸ ਹੋਈ ਕਿਸੇ ਇੰਜੈਕਸ਼ਨ ਪਿੱਛੇ। ਉਹ ਕਹਿੰਦਾ ਕਿ ਮੈਨੂੰ ਤਾਂ ਤੁਸੀਂ ਗਲਤ ਇੰਜੈਕਸ਼ਨ ਲਗਾ ਰਹੇ ਹੋ, ਆਹ ਦੇਖੋ ਇੰਜੈਕਸ਼ਨ ਗਲਤ ਹੋ ਗਿਆ। ਲੜਕੀ ਕਹਿੰਦੀ ਹਾਂ ਮੈਂ ਤੁਹਾਨੂੰ ਡੱਬਾ ਗਲਤ ਦਿੱਤਾ ਇੰਜੈਕਸ਼ਨ ਦਾ, ਗਲਤੀ ਦੇ ਨਾਲ ਇੰਜੈਕਸ਼ਨ ਤੇਰੇ ਆਹ ਵਾਲਾ ਨਹੀਂ ਲੱਗਿਆ, ਇੰਜੈਕਸ਼ਨ ਸਹੀ ਲੱਗਿਆ। ਉਹ ਕਹਿੰਦਾ ਮੇਰੀ ਸੈਟੀਸਫੈਕਸ਼ਨ ਨਹੀਂ ਹੈ, ਮੇਰੇ ਤਾਂ ਜਿੰਨੇ ਇੰਜੈਕਸ਼ਨ ਲੱਗੇ ਨੇ ਤੁਸੀਂ ਸਾਰੇ ਪੈਸੇ ਵਾਪਸ ਕਰੋ, ਮੈਂ ਚੱਲਿਆ। ਲੜਕੀ ਨੇ ਆਪਣੇ ਵੱਲੋਂ 4500 ਰੁਪਇਆ ਉਹਦਾ ਵਾਪਸ ਕਰਤਾ ਤੇ ਉਹ ਚਲਾ ਗਿਆ। ਕਿਹੜੇ ਡਾਕਟਰ ਇਲਾਜ ਕਰ ਰਹੇ ਇਹਨਾਂ ਦਾ? ਡਾਕਟਰ ਅਨੁਰਾਧਾ ਮੈਡਮ। ਇੱਕ ਡਾਕਟਰ ਸਾਹਿਬ ਉਹ ਦੋਸ਼ ਲੱਗੇ ਨੇ ਜਿਹਦੇ ਵਿੱਚ ਉਹਨੇ ਕਿਹਾ ਵੀ ਸਾਡੇ ਤੇ ਐਕਸਪਾਇਰੀ ਇੰਜੈਕਸ਼ਨ ਜਿਹੜਾ ਹੈਗਾ ਵੀ ਪੇਸ਼ੈਂਟ ਤੇ ਲਗਾਇਆ ਗਿਆ, ਉਹਦੇ 'ਤੇ ਤੁਹਾਡੇ ਜਿਹੜੇ ਇੱਥੇ ਹੈਗੇ ਨੇ ਨਰਸਿਸ ਹੈਗੇ ਨੇ ਉਹਨਾਂ ਨੇ ਵੀ ਇਸ ਕੁਝ ਰਿਕਾਰਡਿੰਗ ਦੇ ਵੀ ਸੁਣਿਆ ਸੀਗਾ। ਇਹ ਦੇਖੋ, ਰਿਕਾਰਡਿੰਗ ਤਾਂ ਮੇਰੇ ਕੋਲ ਨਹੀਂ ਹੈ, ਮੈਂ ਤਾਂ ਆਪਣਾ ਸਟਾਫ ਦਾ ਵਰਜਨ ਨਹੀਂ ਦੱਸ ਉਹਨਾਂ ਸਕਦਾ। ਨੇ ਕਿਹਾ ਸੀ ਕਿ ਸਾਡੇ ਤੋਂ ਗਲਤੀ ਨਾਲ ਇੰਜੈਕਸ਼ਨ ਲੱਗ ਗਿਆ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਮੈਂ ਉਹੀ ਕਹਿ ਰਿਹਾ ਨਾ, ਮੈਨੂੰ ਜਿਹੜੇ ਸਟਾਫ ਨੇ ਆਊਟਕਮ ਦਿੱਤੀ ਸੀ ਉਹਨੇ ਕਿਹਾ ਕਿ ਗਲਤ ਡੱਬਾ ਫੜਾ ਦਿੱਤਾ ਗਿਆ, ਇੰਜੈਕਸ਼ਨ ਬਿਲਕੁਲ ਸਹੀ ਲਗਾਇਆ ਉਹਨੇ। ਜੋ ਮੇਰਾ ਸਟਾਫ ਨੇ ਦੇਖੋ ਮੈਨੂੰ ਕਿਹਾ, ਹੁਣ ਉਹਦੇ ਕੋਲੇ ਕੋਈ ਰਿਕਾਰਡਿੰਗ ਹੈ ਜਾਂ ਕੀ ਹੈ, ਉਹ ਡੈਟ ਇਜ਼ ਅਦਰ ਮੈਟਰ, ਉਹ ਫਿਰ ਆਪਾਂ ਨੂੰ ਬਾਅਦ ਚ ਪਤਾ ਲੱਗੇਗਾ ਕਿ ਵਾਕਈ ਸਹੀ ਗੱਲ ਕਿਹੜੀ ਹੈ। ਸੋ ਦੋਸਤੋ, ਤੁਸੀਂ ਸੁਣ ਹੀ ਲਿਆ ਕੀ ਕਹਿਣਾ ਹੈ ਡਾਕਟਰ ਸੂਦ ਦਾ। ਉਹਨਾਂ ਨੇ ਬੜੇ ਹੀ ਆਰਾਮ ਨਾਲ ਸਫਾਈ ਦਿੰਦੇ ਹੋਏ ਕਹਿ ਦਿੱਤਾ ਕਿ ਜੋ ਸਾਡੇ ਵੱਲੋਂ ਟੀਕਾ ਲਗਾਇਆ ਗਿਆ ਸੀ ਉਹ ਤਾਂ ਠੀਕ ਸੀ, ਪਰ ਟੀਕੇ ਦੀ ਡੱਬੀ ਪੁਰਾਣੀ ਸੀ। ਸੋ ਦੋਸਤੋ, ਅਜਿਹਾ ਕਿਵੇਂ ਹੋ ਸਕਦਾ ਹੈ? ਇੱਕ ਜ਼ਿੰਮੇਵਾਰ ਡਾਕਟਰ ਇਸ ਤਰ੍ਹਾਂ ਕਦੇ ਵੀ ਨਹੀਂ ਕਰੇਗਾ। ਜੋ ਵੀ ਹੈ, ਡਾਕਟਰ ਸੂਦ ਅਤੇ ਉਹਨਾਂ ਦੇ ਸਟਾਫ ਮੈਂਬਰਾਂ ਵੱਲੋਂ ਹੋਈ ਗਲਤੀ ਇੱਕ ਪਾਸੇ ਜਿੱਥੇ ਡਾਕਟਰ ਅਤੇ ਉਹਨਾਂ ਦੇ ਸਟਾਫ ਮੈਂਬਰ ਮੰਨ ਰਹੇ ਹਨ, ਦੂਸਰੇ ਪਾਸੇ ਹੀ ਉਹ ਇਸ ਗਲਤੀ ਤੋਂ ਪੱਲਾ ਝਾੜ ਰਹੇ ਹਨ। ਜਦੋਂ ਹੀ ਇਸ ਪੂਰੇ ਮਾਮਲੇ ਤੇ CMO ਬਰਨਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਮੈਨੂੰ ਮਿਲ ਚੁੱਕੀ ਹੈ, ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਸੋ ਦੋਸਤੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹੋ ਜਿਹੇ ਲਾਪਰਵਾਹ ਡਾਕਟਰਾਂ ਤੇ ਹੁਣ ਕੀ ਕਾਰਵਾਈ ਕੀਤੀ ਜਾਂਦੀ ਹੈ। ਪ੍ਰਾਈਵੇਟ ਹਸਪੀਟਲ ਸੂਟ ਦੇ ਖਿਲਾਫ ਕੰਪਲੇਂਟ ਆਈ ਹੈ। ਐਕਸਪਾਇਰੀ ਇੰਜੈਕਸ਼ਨ ਜਿਹੜਾ ਉੱਥੇ ਲਗਾਇਆ ਗਿਆ ਜੀ ਪੇਸ਼ੈਂਟ ਤੇ, ਉਹਦੇ ਖਿਲਾਫ ਕੀ ਕਰਦੇ? ਦੇਖੋ ਜਿਹੜੀ ਹੁਣ ਤੁਸੀਂ ਹੁਣੇ ਹੀ ਮੇਰੇ ਕੋਲ ਇਹ ਕੰਪਲੇਂਟ ਲੈ ਕੇ ਆਏ ਹੋ, ਪਹਿਲਾਂ ਤਾਂ ਮੇਰੇ ਨੌਲੇਜ ਆਈ ਨਹੀਂ ਹੈਗੀ ਕਿ ਠੀਕ ਹੈ, ਮੈਂ ਆਪਣੇ ਆਫੀਸਰਸ ਨੂੰ ਦੇ ਰਿਹਾ, ਉਹਦੀ ਇਨਕੁਆਇਰੀ ਹੋ ਜਾਏਗੀ, ਚੈੱਕ ਕਰ ਲੈਂਦੇ ਹਾਂ ਨਰਸਿੰਗ ਹੋਮ ਦੇ ਸਾਰੇ ਡਿਟੇਲਸ ਵਗੈਰਾ ਜਿਹੜੀਆਂ ਹੈ, ਤੇ ਜੋ ਇਨਕੁਆਇਰੀ ਹੋਏਗੀ, ਜੋ ਉਹਦਾ ਰਿਜ਼ਲਟ ਨਿਕਲ ਉਹਦੇ ਅਕੋਰਡਿੰਗਲੀ ਕਰ ਦਿੱਤਾ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया, मैं ये तेल 3 महीने लाना अपने सिर ते अप्लाई किया। ये बिल्कुल आयुर्वैदिक तेल है, इसका कोई साइड इफेक्ट नहीं है। तो मेरे बाल ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।